हेलो स्टूडेंट्स। ਅੱਜ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਆਪਣੇ ਕਾਸਟ ਅਕਾਊਂਟਿੰਗ ਦੇ ਯੂਨਿਟ 2 ਦਾ ਟੌਪਿਕ ਹੈ ਆਪਰੇਸ਼ਨ ਕਾਸਟਿੰਗ। ਯੂਨਿਟ ਕਾਸਟਿੰਗ ਵੀ ਕਹਿੰਦੇ ਇਹਨੂੰ। ਇਸ ਟੌਪਿਕ ਦੇ ਵਿੱਚ ਕਾਸਟ ਸ਼ੀਟ ਨਾਲ ਰਿਲੇਟਡ ਹੀ ਸਾਰਾ ਕੁਝ ਹੈ। ਡਿਸਕਸ ਕਰਨ ਜਾ ਰਹੇ ਹਾਂ ਆਪਾਂ ਟੌਪਿਕ ਨੂੰ। ਮੈਂ ਸਲਾਈਡ ਸ਼ੋ ਕਰ ਰਿਹਾ ਤੁਹਾਨੂੰ। यस स्टूडेंट्स, यूनिट कॉस्टिंग और ऑपरेशन कॉस्टिंग भी कहते हैं ਆਪਾਂ वन ऑपरेशन। ਇਹਦੇ ਵਿੱਚ ਟੌਪਿਕ ਦੇ ਵਿੱਚ ਹੈ ਜਿਹੜਾ ਪੁਆਇੰਟ ਸਮਝਣ ਵਾਲਾ ਉਹ ਇਹ ਹੈ ਕਿ ਇਸ ਟੌਪਿਕ ਦੇ ਵਿੱਚ ਜਦੋਂ ਸਾਡੇ ਕੋਲ ਕੋਟੇਸ਼ਨਸ ਜਾਂ ਟੈਂਡਰਸ ਕੋਈ ਅਸੀਂ ਅਪਲਾਈ ਕਰਨੇ ਹੁੰਦੇ ਆ ਤਾਂ ਉਹਦੇ ਲਈ ਕਾਸਟ ਅਸੀਂ ਕਿਸ ਤਰ੍ਹਾਂ ਡਿਟਰਮਿਨ ਕਰਦੇ ਹਾਂ, ਜਾਂ ਯੂਨਿਟ ਦੇ ਐਂਗਲ ਤੋਂ ਅਸੀਂ ਕਾਸਟ ਕਿੱਦਾਂ ਡਿਟਰਮਿਨ ਕਰਦੇ ਹਾਂ, ਕਾਸਟ ਪਰ ਯੂਨਿਟ ਅਸੀਂ ਕਿੱਦਾਂ ਡਿਟਰਮਿਨ ਕਰਦੇ ਹਾਂ। ठीक है, बेसिकली तो कॉस्ट पर यूनिट सीधा समझ आ जाता भी टोटल कॉस्ट ਨੂੰ ਆਪਾਂ ਨੰਬਰ ਆਫ ਯੂਨਿਟਸ ਨਾਲ ਡਿਵਾਈਡ ਕਰੀਏ ਤਾਂ ਯੂਨਿਟ ਕਾਸਟ ਆ ਜਾਂਦੀ ਹੈ। ਪਰ ਅਲੱਗ-ਅਲੱਗ ਚੀਜ਼ਾਂ ਦੇ ਲਈ ਐਸਟੀਮੇਟਡ ਕਾਸਟ ਟੈਂਡਰ ਜਿਹੜੇ ਅਸੀਂ ਫਾਈਲ ਕਰਨੇ ਹੁੰਦੇ ਆ ਉਹਦੇ ਵਾਸਤੇ ਸਾਨੂੰ ਕਾਸਟਿੰਗ ਜਿਹੜੀ ਆ ਉਹ ਧਿਆਨ ਨਾਲ ਜਿਹੜੀ ਕੈਲਕੂਲੇਟ ਕਰਨੀ ਪੈਂਦੀ ਹੈ ਤੇ ਉਹ ਸਾਰਾ ਕੁਝ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। meaning of unit costing is a method of costing based on units of production. It is also known as output or single costing. Output costing we can say, single costing we can say. This output, the output is measured in convenient physical units. Physical units अलग-अलग तरह ਦੇ अलग-अलग ਇੰਡਸਟਰੀ ਦੇ ਵਿੱਚ ਯੂਨਿਟਸ ਹਰ ਪ੍ਰੋਡਕਟ ਜਿਹੜਾ ਹੈ ਉਹ ਕਿਸੇ ਨਾ ਕਿਸੇ ਯੂਨਿਟ ਨਾਲ ਮੈਜ਼ਰ ਕੀਤਾ ਜਾਂਦਾ ਲਗਭਗ, ਤੇ ਉਹ ਜਿਹੜੇ ਯੂਨਿਟਸ ਕਿੱਦਾਂ ਮੈਜ਼ਰ ਕੀਤੇ ਜਾਂਦੇ ਆ, ਕਿਸ ਤਰ੍ਹਾਂ ਉਹਦੀ ਡਿਟਰਮੀਨੇਸ਼ਨ ਹੈ। ਜਿਵੇਂ ਕਿ ਅਗਰ ਇੱਟਾਂ ਦਾ ਆਪਾਂ ਕਹੀਏ ਤਾਂ ਉਹਦੇ ਚ ਜਿਹੜਾ ਰੇਟ ਫਿਕਸਿੰਗ ਹੁੰਦੀ ਆ ਉਹ 100 ਪਰ ਬ੍ਰਿਕ 100 ਬ੍ਰਿਕਸ ਜਾਂ 1000 ਬ੍ਰਿਕਸ ਦੇ ਐਂਗਲ ਤੋਂ ਹੁੰਦੀ ਹੈ। ਇਸੇ ਤਰ੍ਹਾਂ ਕਿਸੇ ਚੀਜ਼ ਦੀ ਲੀਟਰ ਦੇ ਵਿੱਚ ਹੁੰਦੀ ਹੈ, ਕਿਸੇ ਦੀ ਮੀਟਰ ਦੇ ਵਿੱਚ ਹੁੰਦੀ ਹੈ। ਡਿਫਰੈਂਟ ਆਈਟਮਸ ਦੇ ਯੂਨਿਟਸ ਬਣੇ ਹੋਏ ਨੇ ਤੇ ਉਹਦੇ ਅਕੋਰਡਿੰਗ ਅਸੀਂ ਦੇਖਣਾ ਇਹਦੇ ਵਿੱਚ। ਇਟ ਇਜ਼ ਅ ਸਿੰਪਲ ਮੈਥਡ ਆਫ ਕਾਸਟਿੰਗ ਇੰਪਲੋਇਡ ਇਨ ਇੰਡਸਟਰੀਜ਼ where the production is continuous, uniform and is of only a single product or of essentially one product or two or more product. एक प्रोडक्ट या एक तो ज्यादा प्रोडक्ट्स ਦੇ ਵਿੱਚ ਡੀਲ ਕਰਨ ਵਾਲੀਆਂ ਕੰਪਨੀਆਂ ਅਲੱਗ-ਅਲੱਗ ਪ੍ਰੋਡਕਟ ਦੇ ਅਲੱਗ-ਅਲੱਗ ਯੂਨਿਟ ਰੇਟ ਜਿਹੜੇ ਹੈ ਉਹ ਡਿਟਰਮਿਨ ਕਰਨੇ। units of output being identical, the costs are measured by a common unit. ਜਿਹੜਾ ਯੂਨਿਟ ਬਣ ਰਹੇ ਨੇ ਉਹ ਸਾਰੇ ਇੱਕੋ ਜਿਹੇ ਨੇ ਤੇ ਉਹਦੇ ਹਿਸਾਬ ਨਾਲ ਹੀ ਕਾਸਟ ਜਿਹੜੀ ਮੈਜ਼ਰ ਕੀਤੀ ਜਾਂਦੀ ਹੈ। ਕਿੱਦਾਂ ਦੀਆਂ ਇੰਡਸਟਰੀਜ਼ ਦੇ ਵਿੱਚ ਯੂਜ਼ ਹੁੰਦਾ ਹੈ? ਕਾਲਰੀਜ਼ ਦੇ ਵਿੱਚ, ਕੁਐਰੀਜ਼ ਦੇ ਵਿੱਚ, ਬ੍ਰਿਕ ਵਰਕਸ ਦੇ ਵਿੱਚ, ਡਾਇਰੀਜ਼ ਦੇ ਵਿੱਚ, ਬ੍ਰੇਵਰੀਜ਼ ਦੇ ਵਿੱਚ, ਸ਼ੂਗਰ ਮਿਲਸ ਦੇ ਵਿੱਚ, सीमेंट वर्क there, paper mills है, iron foundries are some of the industries employing unit costing. इस तरह दी इंडस्ट्री जड़ियां है वो unit costing नु यूज कर दी हैं। Basic features of unit costing: production consist of single or few products. या तो सिंगल प्रोडक्ट होएगा या ਤੁਹਾਡੇ ਕੁਝ ਪ੍ਰੋਡਕਟਸ ਹੋਣਗੇ, ਪਰ ਉਹਨਾਂ ਦਾ ਜਿਹੜਾ ਹੈ ਯੂਨਿਟ ਜਿਹੜਾ ਹੈ ਡਿਟਰਮਿਨ ਕਰਕੇ ਉਹਦੇ ਹਿਸਾਬ ਨਾਲ ਉਹਨਾਂ ਦੀ ਪਰ ਯੂਨਿਟ ਕਾਸਟ ਕੱਢੀ ਜਾਏਗੀ। large number of identical units are produced with identical cost. ਬਹੁਤ ਸਾਰੇ ਸੇਮ ਤਰ੍ਹਾਂ ਦੇ ਪ੍ਰੋਡਕਟ ਬਣਾਏ ਜਾਂਦੇ ਆ ਔਰ ਉਹਨਾਂ ਦੀ ਕਾਸਟ ਜਿਹੜੀ ਹੈ ਉਹ ਇਕੱਠੀ ਹੁੰਦੀ ਆ, ਉੱਥੋਂ ਅਸੀਂ ਪਰ ਯੂਨਿਟ ਕਾਸਟ ਕਰਦੇ ਆ। ਪ੍ਰੋਡਕਸ਼ਨ ਇਜ਼ ਮੋਰ ਔਰ ਲੈਸ ਸਟੈਂਡਰਡ ਕੁਆਲਿਟੀ। ਪ੍ਰੋਡਕਸ਼ਨ ਜਿਹੜੀ ਆ ਉਹ ਮੋਰ ਔਰ ਲੈਸ ਦੈਨ ਸਟੈਂਡਰਡ ਕੁਆਲਿਟੀ ਹੋ ਸਕਦੀ ਹੈ। ਵੀ ਸਟੈਂਡਰਡ ਜਿਹੜਾ ਹੈ ਹਰ ਪ੍ਰੋਡਕਟ ਦਾ ਇੱਕ ਬੇਸਿਕ ਸਟੈਂਡਰਡ ਵੀ ਹੁੰਦਾ ਹੈ, ਉਸ ਹਿਸਾਬ ਨਾਲ ਥੋੜੀ ਬਹੁਤ ਉੱਪਰ ਨੀਚੇ ਹੋ ਸਕਦੀ ਹੈ। ਪ੍ਰੋਡਕਸ਼ਨ ਇਜ਼ ਪਰਫਾਰਮਡ ਔਨ ਕੰਟੀਨਿਊਸ ਬੇਸਿਸ। ਪ੍ਰੋਡਕਸ਼ਨ ਜਿੰਨੀ ਵੀ ਹੈ ਉਹ ਕੰਟੀਨਿਊਸ ਬੇਸਿਸ ਤੇ परफॉर्म होती है, लगातार चलती है। कॉस्ट यूनिट आर फिजिकल एंड नैचुरल। कॉस्ट यूनिट जो फिजिकल भी हो सकते हैं, नैचुरल भी हो सकते हैं। फार्मूला कॉस्ट पर यूनिट कितना कटी जाएगी? टोटल कॉस्ट डिवाइडेड बाय नंबर ऑफ यूनिट्स प्रोड्यूस, जिन्ने भी यूनिट्स प्रोड्यूस किए जाने। क्या यूनिट कॉस्ट इज अराइव्ड एट बाय एडिंग द टोटल कॉस्ट ड्यूरिंग अ पीरियड डिवाइडेड बाय नंबर ऑफ यूनिट्स प्रोड्यूस्ड। जिन्ने भी यूनिट्स प्रोड्यूस करोगे ਉਹਦੇ ਨਾਲ डिवाइड करके यूनिट कॉस्ट आएगी। यूनिट ऑफ कॉस्ट किस तरह हो सकता है? ਇਹਦੇ डिफरेंट अपने इंडस्ट्रीज ਦੇ ਵਿੱਚ यूज होने वाले यूनिट्स ऑफ कॉस्ट ਦਿੱਤੇ ਨੇ। ਤਾਂ इंडस्ट्रीज वेयर यूनिट कॉस्टिंग इज यूज्ड, नेचर ऑफ बिजनेस डिफाइंस द कॉस्ट यूनिट। ਉਹਨਾਂ ਦਾ नेचर ऑफ बिजनेस ਜਿਹੜਾ ਹੈ ਉਹ कॉस्ट यूनिट ਨੂੰ डिफाइन करता है। लिस्ट ऑफ सम ऑफ द इंडस्ट्रीज विद द नेचुरल कॉस्ट यूनिट। नेचुरल कॉस्ट यूनिट ਜਿਹੜਾ ਹੈ ਉਹ ਕਿਸ ਤਰ੍ਹਾਂ ਹੋ ਸਕਦਾ है? इंडस्ट्रियल प्रोडक्ट
ਇੰਡਸਟਰੀ ਪ੍ਰੋਡਕਟ ਐਂਡ ਯੂਨਿਟ ਕਾਸਟ। ਬਰੇਵਰੀਜ਼ ਦੇ ਵਿੱਚ ਬੈਰਲ ਔਰ ਬੈਰਲ ਆਫ ਬੀਅਰ ਦਾ ਬੈਰਲ ਕੀ ਹੋਏਗਾ। ਡਾਇਰੀਜ਼ ਦੇ ਵਿੱਚ ਲੀਟਰ ਔਰ ਗੈਲਨ ਆਫ ਮਿਲਕ ਦਾ ਜਿਹੜਾ ਹੈ ਜਾਂ ਲੀਟਰਸ ਚ ਡਿਟਰਮਿਨ ਹੋਏਗਾ ਜਾਂ ਗੈਲਨਸ ਦੇ ਵਿੱਚ ਡਿਟਰਮਿਨ ਹੋਏਗਾ। ਸੀਮੈਂਟ ਜਿਹੜਾ ਹੈ ਉਹ ਟਨਸ ਦੇ ਵਿੱਚ, ਠੀਕ ਹੈ। ਔਰ ਬ੍ਰਿਕ ਜਿਹੜੀ ਆ ਪਰ 100 ਔਰ ਪਰ 1000 ਰੇਟ ਹੁੰਦਾ ਬ੍ਰਿਕਸ ਦਾ। ਇਸੇ ਕੁਐਰੀਜ਼ ਦਾ ਜਿਹੜਾ ਰੇਟ ਹੈ ਉਹ ਵੀ ਟਨਸ ਦੇ ਹਿਸਾਬ ਨਾਲ ਯੂਨਿਟ ਆਫ ਕਾਸਟ ਜਿਹੜਾ ਹੈ ਟਨਸ ਹੈ। ਇਹਦੇ ਨਾਲ ਹੀ ਹੁਣ ਮੈਂ ਬੇਸਿਕਲੀ ਤੁਹਾਨੂੰ ਕਾਸਟ ਸ਼ੀਟ ਜਿਹੜੇ ਆਪਾਂ ਚੈਪਟਰ ਕੀਤਾ ਸੀ ਉਹ ਇੱਕ ਵਾਰੀ ਰੀਕਾਲ ਕਰਾ ਰਿਹਾ। ਕਾਸਟ ਸ਼ੀਟ ਦੇ ਵਿੱਚ ਕਾਸਟ ਆਫ ਪ੍ਰੋਡਕਟ ਅਸੀਂ ਕਿੱਦਾਂ ਡਿਟਰਮਿਨ ਕਰਦੇ ਸੀ। ਐਲੀਮੈਂਟਸ ਆਫ ਕਾਸਟ, mere knowledge of total cost cannot satisfy the needs of management. For proper control and managerial decisions, management is to provide with necessary data to analyze and classify costs. हाँ जी, प्रॉपर कंट्रोल वास्ते मैनेजरियल डिसीजन वास्ते मैनेजमेंट ਨੂੰ ਜਿਹੜਾ ਕੋਸਟਿੰਗ ਡਾਟਾ ਸਾਰਾ ਚਾਹੀਦਾ ਤੇ ਉਹਨੂੰ ਐਨਾਲਾਈਜ਼ ਤੇ ਉਹਨੂੰ ਕੋਸਟ ਨੂੰ ਕਲਾਸੀਫਾਈ ਕਰਨਾ ਚਾਹੀਦਾ। ਫॉर ਦਿਸ ਪਰਪਸ the total cost is analyzed by elements of cost, material, labor and other expenses। ਇਹ ਸਾਰਾ ਬੇਟਾ ਮੈਂ ਸਭ ਤੋਂ ਪਹਿਲੇ ਲੈਕਚਰ ਜਿਹੜਾ ਕੋਸਟ ਸ਼ੀਟ ਵਾਲਾ ਲੈਕਚਰ ਦੂਜਾ ਸੀਗਾ ਉਹਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸਿਆ ਸੀਗਾ। हाँ जी, एलिमेंट्स ऑफ कॉस्ट तीन मेन एलिमेंट है, मटीरियल, लेबर एंड अदर एक्सपेंसेस। ਇਹਦੇ ਵਿੱਚ डायरेक्ट इनडायरेक्ट तीनों तरह ਦੇ ਜਿਹੜੇ एक्सपेंसेस ਹੈ ਉਹ डायरेक्ट ਤੇ इनडायरेक्ट ਹੋ ਸਕਦੇ ਆ ਜਿਹੜੇ एलिमेंट्स है। हाँ जी, हाँ जी, ਜਿਹੜੇ इनडायरेक्ट है ਉਹਨਾਂ ਸਾਰਿਆਂ ਨੂੰ ਅਸੀਂ ओवरहेड्स ਦੇ ਵਿੱਚ ਕੰਸੀਡਰ ਕਰ ਲੈਂਦੇ ਆ। इनडायरेक्ट जिन्ने भी इनडायरेक्ट है, देखो मटीरियल ਦਾ इनडायरेक्ट चाहे लेबर ਦਾ इनडायरेक्ट चाहे अदर एक्सपेंसेस ਦਾ इनडायरेक्ट, ਉਹ ओवरहेड्स ਦਾ ਪਾर्ट बनता है। ਉਹਦੇ ਫਿਰ ਅੱਗੋਂ ਚਾਰ ਮੇਨ ਪਾਰਟ ਬਣ ਜਾਂਦੇ ਆ। ਪ੍ਰੋਡਕਸ਼ਨ ਔਰ ਵਰਕਸ ਓਵरहेड, ਜਿਹੜੇ ਵੀ ਇਨਡਾਇਰੈਕਟ ਜਿਵੇਂ ਇਨਡਾਇਰੈਕਟ ਮਟੀਰੀਅਲ ਤੇ ਇਨਡਾਇਰੈਕਟ ਲੇਬਰ ਜਿਹੜੀ ਆ ਉਹ ਪ੍ਰੋਡਕਸ਼ਨ ਔਰ ਵਰਕਸ ਓਵरहेड 'ਚ ਜਾ ਸਕਦੀ ਹੈ। ਬਾਕੀ ਜਿਹੜੇ ਇਨਡਾਇਰੈਕਟ ਐਕਸਪੈਂਸਿਸ ਆ ਉਹ ਫੈਕਟਰੀ ਐਕਸਪੈਂਸਿਸ ਜਾਂ ਪ੍ਰੋਡਕਸ਼ਨ ਵਰਕਸ ਓਵरहेड ਵੀ ਹੋ ਸਕਦੇ ਆ, ਐਡਮਿਨਿਸਟ੍ਰੇਟਿਵ ਵੀ ਹੋ ਸਕਦੇ ਆ, ਸੈਲਿੰਗ ਵੀ ਹੋ ਸਕਦੇ ਆ, ਡਿਸਟ੍ਰੀਬਿਊਸ਼ਨ ਵੀ ਹੋ ਸਕਦੇ ਆ। ਤਾਂ ਐਡਮਿਨਿਸਟ੍ਰੇਟਿਵ ਓਵरहेड, ਸੈਲਿੰਗ ਓਵरहेड, ਡਿਸਟ੍ਰੀਬਿਊਸ਼ਨ ਓਵरहेड, ਇਹ ਜਿਹੜੇ ਆ ਐਲੀਮੈਂਟਸ ਆਫ ਕੋਸਟ ਹੈ। ਇਹਦੇ ਬੇਸ ਤੋਂ ਹੀ ਮੈਂ ਕੋਸਟ ਸ਼ੀਟ ਤੁਹਾਨੂੰ अपने एंगल तो एक बना के दिखाई सी, वही कॉस्ट शीट रिवाइज करा रहे हैं। थोड़ी कॉस्ट शीट यानी स्टेटमेंट ऑफ कॉस्ट एंड प्रॉफिट। हाँ जी, सब तो पहले ओपनिंग स्टॉक ऑफ रॉ मटीरियल लेने ਅਸੀਂ ਉਹਦੇ ਵਿੱਚ परचेज ड्यूरिंग द ईयर, एक्सपेंसेस ऑन परचेज, ठीक है, लेस क्लोजिंग स्टॉक ऑफ रॉ मटीरियल ਜਿਹੜਾ ਹੈ ਅਸੀਂ क्लोजिंग स्टॉक ऑफ रॉ मटीरियल ਇੱਥੇ ਲੈਸ ਕਰ ਦਿੰਦੇ ਹਾਂ। ਬੇਟਾ ਜੇ ਕੋਈ ਮਟੀਰੀਅਲ ਸਕ੍ਰੈਪ ਹੋਵੇ ਤਾਂ ਉਹ ਵੀ ਅਸੀਂ ਇੱਥੇ ਲੈਸ ਕਰ ਸਕਦੇ ਹਾਂ। ਪਰ ਐਲੀਮੈਂਟਸ ਆਫ ਐਕਸਪੈਂਸਿਸ ਆਫ परचेज ਕਰਨ ਤੋਂ ਬਾਅਦ ਇੱਥੇ ਲੈਸ मटीरियल ਜਿਹੜਾ ਹੈ ਸਕ੍ਰੈਪ ਆਫ मटीरियल ਦੀ ਸਕ੍ਰੈਪ ਅਗਰ ਕਿਸੇ ਰੇਟ ਤੇ ਵਿਕਦੀ ਹੈ ਤਾਂ ਉਹ ਲੈਸ ਹੋ ਜਾਏਗੀ, ਅਗਰ ਨਹੀਂ ਵਿਕਦੀ ਫਿਰ ਉਹ ਕੁਝ ਨਹੀਂ ਲੈਸ ਹੋਣਾ। ਠੀਕ ਹੈ ਜੀ, ਲੈਸ ਕਲੋਜ਼ਿੰਗ ਸਟਾਕ ਕਰਕੇ ਉਸ ਤੋਂ ਬਾਅਦ ਮਟੀਰੀਅਲ ਕੰਜ਼ਿਊਮਡ ਆ ਗਿਆ ਜੀ ਤੁਹਾਡੇ ਕੋਲ, ਉਹਦੇ ਫਿਰ ਡਾਇਰੈਕਟ ਵੇਜਿਸ ਔਰ ਲੇਬਰ ਐਡ ਕਰਕੇ, ਡਾਇਰੈਕਟ ਐਕਸਪੈਂਸਿਸ ਐਡ ਕਰਕੇ ਸਾਡੇ ਕੋਲ ਪ੍ਰਾਈਮ ਕੋਸਟ ਆ ਜਾਂਦੀ ਹੈ। ਪ੍ਰਾਈਮ ਕੋਸਟ ਦੇ ਵਿੱਚ ਅਸੀਂ ਫੈਕਟਰੀ ਓਵरहेड ਯਾਨੀ ਫੈਕਟਰੀ ਨਾਲ ਸੰਬੰਧਿਤ ਜਿੰਨੇ ਵੀ ਖਰਚੇ ਹੈ ਉਹ ਸਾਰੇ ਐਡ ਕਰਦੇ ਹਾਂ ਤੇ ਉਹਨਾਂ ਵਿੱਚੋਂ ਹੀ ਅਸੀਂ ਫੈਕਟਰੀ ਸਕ੍ਰੈਪ ਜਾਂ ਤਾਂ ਖਰਚਿਆਂ ਚ ਲੈਸ ਕਰ ਦਿੰਦੇ ਹਾਂ ਜਾਂ ਖਰਚੇ ਟੋਟਲ ਇੱਥੇ ਐਡ ਕਰਕੇ ਉਸ ਤੋਂ ਬਾਅਦ ਲੈਸ ਕਰ ਸਕਦੇ ਹਾਂ ਫੈਕਟਰੀ ਸਕ੍ਰੈਪ ਅਸੀਂ। ਠੀਕ ਹੈ, ਤੇ ਇਹ ਲੈਸ ਕਰਨ ਤੋਂ ਬਾਅਦ ਸਾਡੇ ਕੋਲ ਗ੍ਰੋਸ ਫੈਕਟਰੀ ਔਰ ਵਰਕਸ ਔਰ ਮੈਨੂਫੈਕਚਰਿੰਗ ਕੋਸਟ ਆਉਂਦੀ ਹੈ। ਇਹਦੇ ਵਿੱਚ ਅਸੀਂ ਓਪਨਿੰਗ ਵਰਕ ਇਨ ਪ੍ਰੋਗਰੈਸ ਜਦੋਂ ਐਡ ਕਰਦੇ ਹਾਂ ਤਾਂ ਸਾਡੇ ਕੋਲ ਟੋਟਲ ਫੈਕਟਰੀ ਕੋਸਟ ਇੰਕਰਡ यानी फैक्ट्री कॉस्ट टोटल कितनी इंकर्ड हुई है, ओपनिंग वर्क इन प्रोग्रेस प्लस इस साल हुई इंकर्ड जिन्ना भी खर्चा होया उन्होंने सारे जोड़ के साडे कोल टोटल फैक्ट्री कॉस्ट इंकर्ड आ जाती है। ਉਹਦੇ ਵਿੱਚ ਅਸੀਂ क्लोजिंग वर्क इन प्रोग्रेस ਜਦੋਂ ਲੈਸ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਨੈਟ ਵਰਕ ਫੈਕਟਰੀ ਕੋਸਟ ਜਾਂ ਵਰਕ ਕੋਸਟ ਜਾਂ ਮੈਨੂਫੈਕਚਰਿੰਗ ਕੋਸਟ ਆ ਜਾਂਦੀ ਹੈ। ਇਸ ਤੋਂ ਅੱਗੇ ਕੋਸਟ ਸ਼ੀਟ ਦਾ ਫਾਰਮੈਟ ਅੱਗੇ ਇਹਦੇ ਵਿੱਚ ਜਿਹੜਾ ਹੈ नेट फैक्ट्री वर्क्स और मैन्युफैक्चरिंग कॉस्ट जी आ गई, ਉਹਦੇ ਵਿੱਚ ऑफिस एंड एडमिनिस्ट्रेटिव एक्सपेंसेस ਅਸੀਂ ऐड करते हैं तो कॉस्ट ऑफ प्रोडक्शन आ जाती है। फिर ओपनिंग फिनिश स्टॉक ऐड करो तो कॉस्ट ऑफ गुड्स अवेलेबल फॉर सेल, टोटल गुड्स ਜਿਹੜੀਆਂ ਸੇਲ ਵਾਸਤੇ ਅਵੇਲੇਬਲ ਹੈ ਉਹ ਆ ਜਾਂਦੀਆਂ। ਕਿਦਾਂ ਇਹ ਕॉस्ट ऑफ प्रोडक्शन तक ਅਸੀਂ ਇਸ ਸਾਲ ਦੀਆਂ ਜਿੰਨੀਆਂ ਬਣਾਈਆਂ ਔਰ ਉਸ ਤੋਂ ਬਾਅਦ ਜਿੰਨੀਆਂ ਪਹਿਲੇ ਤੋਂ ਪਈਆਂ ਸੀਗੀਆਂ ਉਹ ਸਾਰੀਆਂ ਮਿਲਾ ਕੇ ਅਵੇਲੇਬਲ ਫॉर ਸੇਲ ਹੋ ਗਈਆਂ। ਇਹਦੇ ਚੋਂ ਜਿਹੜੀਆਂ ਬਚ ਗਈਆਂ क्लोजिंग स्टॉक ਅਸੀਂ ਲੈਸ ਕਰ ਦਿੰਦੇ ਹਾਂ ਤਾਂ ਸਾਡੇ ਕੋਲ कॉस्ट ऑफ गुड्स सोल्ड आ ਜਾਂਦੀ ਹੈ। ਉਸ ਤੋਂ ਬਾਅਦ ਸੈਲਿੰਗ ਐਂਡ ਡਿਸਟ੍ਰੀਬਿਊਸ਼ਨ ਐਕਸਪੈਂਸਿਸ ਐਡ ਕਰਕੇ ਸਾਡੇ ਕੋਲ ਕੋਸਟ ਆਫ ਸੇਲ ਆ ਜਾਂਦੀ ਹੈ ਔਰ ਸੇਲ ਗਿਵਨ ਹੁੰਦੀ ਹੈ, ਡਿਫਰੈਂਸ ਕਰਕੇ ਸਾਡੇ ਕੋਲ ਪ੍ਰੋਫਿਟ ਜਾਂ ਲਾਸ ਆ ਜਾਏਗਾ। ਠੀਕ ਹੈ ਜੀ, ਹਾਂਜੀ। यूज ऑफ एस्टिमेटेड कॉस्ट फॉर टेंडर और कोटेशन, ਜਿਹੜੀ ਇਹ एस्टिमेटेड कॉस्ट ਜਿਹੜੀ ਆਪਾਂ कॉस्ट शीट ਬਣਾਉਂਦੇ ਆ ਇਹਨੂੰ ਯੂਜ਼ ਕਿੱਦਾਂ ਕਰਨਾ ਹੈ ਅਸੀਂ ਟੈਂਡਰ ਔਰ ਕੋਟੇਸ਼ਨ ਵਾਸਤੇ। ਟੈਂਡਰ ਔਰ ਕੋਟੇਸ਼ਨ ਦਾ ਮਤਲਬ ਕੀ ਹੈ ਬੇਟਾ, ਜਦੋਂ ਵੀ ਕੋਈ ਕਿਸੇ ਕੰਪਨੀ ਨੂੰ ਕਿਸੇ ਤਰ੍ਹਾਂ ਦੇ ਪ੍ਰੋਡਕਟ ਦੀ ਰਿਕੁਆਇਰਮੈਂਟ ਹੁੰਦੀ ਆ ਉਹ ਆਮ ਤੌਰ ਤੇ ਜਦੋਂ
ਜਾਂ ਤਾਂ ਉਹਨਾਂ ਦੇ ਬਾਇਰ ਫਿਕਸ ਹੁੰਦੇ ਆ ਤਾਂ ਉਹਨਾਂ ਕੋਲੋਂ ਕੋਟੇਸ਼ਨ ਮੰਗਾ ਲੈਂਦੀਆਂ, ਜਾਂ ਉਹ ਐਡਵਰਟਾਈਜ਼ਮੈਂਟ ਕਰਦੀਆਂ ਵੀ ਸਾਨੂੰ ਆਹ ਪ੍ਰੋਡਕਟ ਦੀ ਰਿਕੁਆਇਰਮੈਂਟ ਹੈ ਤੇ ਇਹਦੇ ਵਾਸਤੇ ਤੁਸੀਂ ਟੈਂਡਰ ਜਾਂ ਕੋਟੇਸ਼ਨਸ ਸੈਂਡ ਕਰੋ, ਜਾਂ ਅਸੀਂ ਆਹ ਕੰਮ ਕਰਵਾਉਣਾ ਚਾਹੁੰਦੇ ਆ ਉਹਦੇ ਵਾਸਤੇ ਟੈਂਡਰ ਜਾਂ ਕੋਟੇਸ਼ਨ ਸੈਂਡ ਕਰੋ। ਤਾਂ ਜਿਹੜੇ ਬੰਦੇ ਉਸ ਪ੍ਰੋਡਕਟ 'ਚ ਡੀਲ ਕਰ ਰਹੇ ਹੁੰਦੇ ਆ ਉਹ ਉਹਨਾਂ ਕੰਪਨੀਆਂ ਨੂੰ ਆਪਣੇ ਟੈਂਡਰ ਜਾਂ ਕੋਟੇਸ਼ਨਸ ਭੇਜਦੇ ਆ। ਫਿਰ ਕੰਪਨੀਆਂ ਕੋਟੇਸ਼ਨਸ ਨੂੰ ਐਨਾਲਾਈਜ਼ ਕਰਕੇ ਡਿਸਾਈਡ ਕਰਦੀਆਂ ਕਿ ਜਿਹੜੀ ਹੈ ਕਿਹਦੇ ਕੋਲੋਂ ਪ੍ਰੋਡਕਟ ਖਰੀਦਣਾ ਹੈ। ਤਾਂ ਅਸੀਂ ਅਗਰ ਕਿਸੇ ਪ੍ਰੋਡਕਟ ਦਾ ਆਰਡਰ ਆਪ ਲੈਣਾ ਚਾਹੁੰਦੇ ਹਾਂ ਤਾਂ ਸਾਡਾ ਟੈਂਡਰ ਜਿਹੜਾ ਹੈ ਜਾਂ ਜਿਹੜੀ ਕੋਟੇਸ਼ਨ ਹੈ ਜਿਹੜੀ ਉਹ ਪ੍ਰੋਪਰ ਬਣੀ ਹੋਣੀ ਚਾਹੀਦੀ ਹੈ, ਸਹੀ ਐਸਟੀਮੇਟ ਨਾਲ ਬਣੀ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਉਹ ਕੰਟਰੈਕਟ ਮਿਲ ਸਕੇ, ਠੀਕ ਹੈ, ਔਰ ਪ੍ਰੋਡਕਟ ਦਾ ਜਿਹੜਾ ਸਾਨੂੰ ਬੈਨੀਫਿਟ ਜਿਹੜਾ ਹੈ ਆਰਡਰ ਦਾ ਬੈਨੀਫਿਟ ਸਾਨੂੰ ਮਿਲ ਸਕੇ। ਇਹਦੇ ਵਾਸਤੇ ਅਸੀਂ ਧਿਆਨ ਨਾਲ ਜਿਹੜੀ ਹੈ ਕੋਟੇਸ਼ਨ ਬਣਾਉਣੀ ਹੁੰਦੀ ਹੈ। ਤਾਂ ਉਹ ਕਾਸਟ ਅਗਰ ਰਿਕਾਰਡ ਸਾਡੇ ਕੋਲ ਸਹੀ ਹੋਏਗਾ, ਕਾਸਟ ਸ਼ੀਟ ਪਿਛਲੀ ਸਹੀ ਬਣੀ ਹੋਏਗੀ ਤਾਂ ਅਸੀਂ ਉੱਥੋਂ ਸਹੀ ਤਰ੍ਹਾਂ estimate लगा सकते हैं। Whenever inquiry for tender is received, following aspects are taken care by planning or related department. Planning department या related department ਜਿਹੜਾ ਵੀ ਹੋਏਗਾ ਉਹਦੇ ਵੱਲੋਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। Whether the required machine facilities or know-how is exist for work to be done. ਹਾਂਜੀ, ਤੁਹਾਡੇ ਕੋਲ ਜਿਹੜੀ required machine facility ਹੈਗੀ ਹੈ ਕਿ ਨਹੀਂ ਹੈਗੀ, ਠੀਕ ਹੈ, ਵੀ ਕੀ ਤੁਸੀਂ ਉਹ ਕੰਮ ਨੂੰ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਜਿਹੜਾ ਟੈਂਡਰ ਕੋਈ ਤੁਸੀਂ ਲਗਾਉਣਾ ਚਾਹੁੰਦੇ ਹੋ, ਤੁਸੀਂ ਉਹਦੇ ਵਿੱਚ ਕੋਟੇਸ਼ਨ ਭੇਜਣੀ ਚਾਹੁੰਦੇ ਹੋ ਤਾਂ ਉਹਦਾ ਕੰਮ ਕਰਨ ਜੋਗੀ ਤੁਹਾਡੀ ਕੈਪੈਸਿਟੀ ਹੈਗੀ ਕਿ ਨਹੀਂ ਹੈਗੀ, ਪਹਿਲੇ ਇਹ ਦੇਖਣਾ ਪਏਗਾ। ਵੈਦਰ ਦਾ ਮਸ਼ੀਨ ਕੈਪੈਸਿਟੀ ਟੂ ਮੈਨੂਫੈਕਚਰ ਦਾ ਕੁਆਂਟਮ ਆਫ ਗੁੱਡਸ ਅਵੇਲੇਬਲ, ਜਿਹੜੀਆਂ ਜਿੰਨੀਆਂ ਵੀ ਅਸੀਂ ਉਹਦਾ ਆਰਡਰ ਬੰਦੇ ਦਾ ਹੈਗਾ ਸਾਡੇ ਕੋਲ, ਜਾਂ ਕੋਟੇਸ਼ਨ ਜਿਹੜੀ ਜਾਂ ਟੈਂਡਰ ਜਿਹੜਾ ਨਿਕਲਿਆ, ਕੀ ਅਸੀਂ ਉਹਦੀ ਸਪਲਾਈ ਪ੍ਰੋਪਰ ਕਰ ਸਕਦੇ ਹਾਂ, ਸਾਡੇ ਕੋਲ ਇੰਨੀਆਂ ਗੁੱਡਸ ਅਵੇਲੇਬਲ ਹੈ ਕਿ ਅਸੀਂ ਉਹਨੂੰ ਪ੍ਰੋਪਰ ਸਪਲਾਈ ਦੇ ਸਕੀਏ। whether any limiting factor exists like shortage of material or improvement of this in future. ਜਿਹੜਾ ਸਾਡਾ ਕੋਈ ਲਿਮਿਟਿੰਗ ਫੈਕਟਰ ਹੈਗਾ ਉਹ ਤਾਂ ਨਹੀਂ ਹੈਗਾ ਇੱਥੇ। ਕੋਈ ਲਿਮਿਟਿੰਗ ਫੈਕਟਰ ਕਿੱਦਾਂ ਦਾ ਹੋ ਸਕਦਾ ਵੀ ਮਟੀਰੀਅਲ ਜਿੰਨਾ ਉਹਨੇ ਸਾਡੇ ਕੋਲ ਆਰਡਰ ਨਵਾਂ ਮਿਲਣਾ ਸਾਨੂੰ, ਉਸ ਆਰਡਰ ਦੇ ਮੁਤਾਬਕ ਜਿੰਨਾ ਮਟੀਰੀਅਲ ਚਾਹੀਦਾ, ਕੀ ਮਟੀਰੀਅਲ ਆਸਾਨੀ ਨਾਲ ਮਿਲ ਜਾਏਗਾ, ਕੀ ਲੇਬਰ ਅਵੇਲੇਬਲ ਰਹੇਗੀ ਉਨੀ, ਕੀ ਲੇਬਰ ਆਸਾਨੀ ਨਾਲ ਮਿਲ ਜਾਏਗੀ, ਇਹ ਸਾਰਾ ਕੁਝ ਦੇਖਣਾ ਪੈਂਦਾ ਹੈ। Then comparing the profitability with other products, taking into consideration all constraints. ਸਾਰੇ ਜਿਹੜੀਆਂ ਵੀ ਅੜਚਨਾਂ ਨੇ, ਰੁਕਾਵਟਾਂ ਨੇ, ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਪ੍ਰੋਫਿਟੇਬਿਲਿਟੀ ਵੀ ਦੇਖਣੀ ਹੈ ਵੀ ਸਾਡੀ ਪ੍ਰੋਫਿਟੇਬਿਲਿਟੀ ਮੇਨਟੇਨ ਰਹੇਗੀ, ਕਿਤੇ ਇਸ ਆਰਡਰ ਨੂੰ ਕੋਟੇਸ਼ਨ ਨੂੰ ਅਸੀਂ ਜੇ ਘੱਟ ਪ੍ਰਾਈਸ ਤੇ ਲਈਏ ਤਾਂ ਸਾਨੂੰ ਦੂਜੀ ਤਰ੍ਹਾਂ ਪ੍ਰੋਫਿਟੇਬਿਲਿਟੀ ਤੇ ਨੁਕਸਾਨ ਤਾਂ ਨਹੀਂ ਹੋਏਗਾ। ਇਹ ਸਾਰਾ ਕੁਝ ਜਿਹੜਾ ਹੈ ਦੇਖਣਾ ਪੈਂਦਾ ਹੈ। ਇਸੇ ਬੇਸ ਤੋਂ ਹੀ ਟੈਂਡਰ ਜਾਂ ਕੋਟੇਸ਼ਨ ਬਣਾਈ ਜਾਂਦੀ ਹੈ। ਇਲਸਟ੍ਰੇਸ਼ਨ 1 ਤੋਂ ਅਸੀਂ ਇਹ ਟੈਂਡਰ ਕੋਟੇਸ਼ਨ ਕਿੱਦਾਂ ਬਣਾਈ ਜਾਂਦੀ ਹੈ ਉਹਦਾ ਦੇਖਾਂਗੇ। Illustration 1, the particulars obtained from the record of the industry for the year 2018 are given. 2018 ਦੇ ਸਾਨੂੰ ਉਸ ਇੰਡਸਟਰੀ ਦੇ ਰਿਕਾਰਡਸ ਤੋਂ ਡਾਟਾ ਮਿਲਿਆ ਜੀ। ਓਪਨਿੰਗ ਸਟਾਕ ਹੈਗਾ ਰਾ ਮਟੀਰੀਅਲ ਦਾ 1,40,000, ਫਿਨਿਸ਼ ਗੁੱਡਸ 1000 ਯੂਨਿਟ 20,000 ਦੇ ਵੈਲਿਊ 20,000 ਹੈ, ਪਰਚੇਜ਼ 2,10,000 ਦੀ, ਫੈਕਟਰੀ ਵੇਜਿਸ 3,80,000, ਫੈਕਟਰੀ ਓਵਰਹੈਡ 70,000, ਆਫਿਸ ਓਵਰਹੈਡ 40,000, ਸੈਲਿੰਗ ਓਵਰਹੈਡ 9600, sales 3,200 यूनिट्स 3200 यूनिट 9,28,000 ਤੇ ਕਲੋਜ਼ਿੰਗ ਸਟਾਕ ਰਾ ਮਟੀਰੀਅਲ ਦਾ 19,600 ਤੇ ਫਿਨਿਸ਼ ਗੁੱਡਸ ਜਿਹੜੀਆਂ ਹੈ 900 ਯੂਨਿਟ 1,64,080 1,64,080 ਸਾਡੇ ਕੋਲ ਫਿਨਿਸ਼ ਗੁੱਡਸ ਦੀ ਵੈਲਿਊ ਪਈ ਹੈ। prepare a cost sheet showing the prime cost, factory cost, cost of production, total cost and sales per unit। ਇਹ ਪਿਛਲੇ ਸਾਲ ਦੀ ਕੋਸਟ ਸ਼ੀਟ ਬਣਾਉਣ ਨੂੰ ਕਿਹਾ ਜਾ ਰਿਹਾ। ਅੱਗੋਂ during 2019 the industry expected to receive an order of 5,000 units। ਇੰਡਸਟਰੀ ਨੂੰ 5,000 ਯੂਨਿਟਸ ਦਾ ਆਰਡਰ ਮਿਲਣ ਦੇ ਚਾਂਸ ਲੱਗ ਰਹੇ ਨੇ। it is estimated that the prices of raw material and factory wages will rise by 15% and 10%। raw material ਜਿਹੜਾ ਹੈ ਉਹ 15% ਵੱਧ ਜਾਏਗਾ ਔਰ ਲੇਬਰ ਜਿਹੜੀ ਹੈ 10% ਵੱਧ ਜਾਏਗੀ, wages 10% ਵੱਧ ਜਾਣਗੇ। there will be no change in the total factory overheads and office overhead। factory overhead ਤੇ office overhead ਚ ਕੋਈ ਚੇਂਜ ਨਹੀਂ ਹੈ। selling overheads per unit will remain the same। selling overhead ਜਿਹੜੇ ਆ ਉਹ per unit same ਰਹਿਣਗੇ। prepare an estimated cost sheet। the factory intend to earn the same rate of profit। ਪਹਿਲੇ ਤਾਂ ਬੇਟਾ ਆਪਾਂ ਇਸ ਸਾਲ ਦਾ ਬਣਾਵਾਂਗੇ। ਇਸ ਸਾਲ ਜਿਹੜੇ ਯੂਨਿਟ ਪ੍ਰੋਡਿਊਸ ਆ ਉਹ ਸਾਡੇ ਕਿੱਥੋਂ ਨਿਕਲਣਗੇ। ਦੇਖੋ ਸਾਨੂੰ ਸੇਲ ਪਤਾ ਹੈ, ਫਿਨਿਸ਼ ਗੁੱਡਸ ਦਾ ਓਪਨਿੰਗ ਦੇ ਯੂਨਿਟਸ ਪਤਾ ਹੈ, ਫਿਨਿਸ਼ ਗੁੱਡਸ ਕਲੋਜ਼ਿੰਗ ਦੇ ਯੂਨਿਟਸ ਪਤਾ ਹੈ। ਇੱਥੋਂ ਆਪਾਂ ਅਗਰ ਪ੍ਰੋਡਕਸ਼ਨ ਕਰਨੀ ਹੋਵੇ ਬੇਟਾ ਸੇਲਸ ਇਜ਼ ਇਕੁਅਲ ਟੂ ਹੁੰਦਾ ਓਪਨਿੰਗ ਸਟਾਕ ਪਲੱਸ ਪ੍ਰੋਡਕਸ਼ਨ ਮਾਈਨਸ ਕਲੋਜ਼ਿੰਗ ਸਟਾਕ। ਯੂਨਿਟਸ ਤੋਂ ਸਿਰਫ ਯੂਨਿਟਸ ਤੋਂ ਸੇਲਸ
इज इक्वल टू ओपनिंग स्टॉक प्लस प्रोडक्शन माइनस क्लोजिंग स्टॉक। था प्रोडक्शन उधर छड़ दिए, क्लोजिंग स्टॉक सेल च ऐड हो जाएगा, ओपनिंग स्टॉक लैस हो जाएगा। देखो ऊपर हेडिंग च कितना होया यूनिट, जिथे मेरा कर्सर चल रहा है, यूनिट इंट्रोड्यूस 3100 यूनिट्स आए ने। कितना आए ने 3100? सेल्स प्लस क्लोजिंग स्टॉक माइनस ओपनिंग स्टॉक, 3200 प्लस 900 माइनस 1000, ठीक है। 3100 यूनिट ਦੇ ਜਿਹੜੇ ਹੈ ਸਾਡੇ यूनिट प्रोड्यूस आ गए है। हाँ जी, 3100 यूनिट्स के हिसाब नाल असी पिछले साल जो साडा काम चलिया, इस अगले साल 5000 यूनिट का बनाना। पहले पिछले साल का असी देखिए सारा हिसाब किताब। रॉ मटीरियल जिहड़ा है वो 1,40,000 का सीगा जी। ओपनिंग स्टॉक का परचेज कितनी है 2,10,000 ऐड कर लो। क्लोजिंग स्टॉक रॉ मटीरियल 19,600, 19,600 माइनस कर दो, साडे कोल मटीरियल कंज्यूम्ड आ गया 3,30,400। दैन फैक्टरी वेजिस, फैक्टरी वेजिस सानू 3,80,000 दित्तियां हुई हैं, 3,80,000 ले लो। प्राइम कॉस्ट आ गई 7,10,400। उस तो बाद फैक्टरी ओवरहेड्स ऐड किते, वर्क कॉस्ट आ गई, ऑफिस ओवरहेड ऐड किते, कॉस्ट ऑफ प्रोडक्शन आ गई। ओपनिंग स्टॉक ऑफ फिनिश गुड्स, ओपनिंग स्टॉक ऑफ फिनिश गुड्स 1000 यूनिट सीगा 20,000 का, और क्लोजिंग स्टॉक ऑफ फिनिश गुड्स 900 यूनिट सीगे। बेटा 1,64,080 ये फिगर गलत लिखी हुई है क्लोजिंग स्टॉक की। ये आप देखते हैं की हैगा। ओपनिंग स्टॉक ऑफ फिनिश गुड्स 1000 यूनिट 20,000 दे, कॉस्ट ऑफ गुड्स सोल्ड आ गई 4,000 यूनिट दी। इत्थों तक बेटा आप किन्ने यूनिट्स प्रोड्यूस किते हैं? ਆਪਾਂ प्रोडक्शन की सी 3100 यूनिट दी, है ना। 3100 यूनिट की प्रोडक्शन चली है साडी। 1000 यूनिट फिनिश ओपनिंग हो गए, ये जोड़ के 8,40,000 आ गया। क्लोजिंग फिनिश गुड्स की एक कॉस्ट बढ़ चुकी है 1,64,080 घटा के ਆਪਾਂ ਜਿਹੜਾ है कॉस्ट ऑफ गुड्स सोल्ड आ गई 6,76,320 रुपए क्लोजिंग स्टॉक लैस करके। उस तो बाद सैलिंग ओवरहेड 3 पर यूनिट 3600 है, ਤੇ प्रोडक्शन 3200 के हिसाब नाल डिवाइड करके 3 रुपए पर यूनिट रेट कटिया जी सैलिंग ओवरहेड्स का। क्योंकि 3200 यूनिट सेल किते हैं तुसी, 3200 यूनिट सेल किते हैं ਉਹਦੇ ਹਿਸਾਬ ਨਾਲ ਆ ਗਿਆ ਜਿੰਨੇ यूनिट सेल किते ਇੱਥੇ 3200 यूनिट ही वैल्यू आ जानी है ਤੁਹਾਡੀ। कॉस्ट ऑफ सेल आ गई, सेल सानू दित्ती हुई सी क्वेश्चन च 9,28,000 3200 यूनिट दी। उतों सेल के हिसाब नाल साडा प्रॉफिट आ गया 2,42,080 रुपए। प्रॉफिट जिहड़ा है 2,42,080 रुपए। हुण अगली कोशिश जिहड़ी आपां बनावांगे, ठीक है, वो असीं किस तरह बनावांगे? देखो साडा मटीरियल कंज्यूम सीगा 3,30,400 किन्ने यूनिट वास्ते? 3100 यूनिट वास्ते। पर यूनिट रेट इत्थों कढ लांगे और असीं अगला किन्ने यूनिट बनाने आ 5,000 यूनिट। 5,000 यूनिट का मटीरियल किद्दां लवांगे? 3,30,400 बटे 3100 कितना था 1 रुपया 15 पैसे गुना इन्हें गुना 1.15 ਜਿਹੜਾ ਕੀਤਾ 15% इंक्रीज की। आप इंक्रीज अलग तो शो करांगे बेटा। 3,30,400 बटे 3100 गुना 5,000 करांगे, साडे कोल रेट आ जाएगा। ਉਹਦੇ ਚ 15% इंक्रीज कर देनी है। इन्हें 1.15 ਤਾਂ ਕੀਤਾ है कि 15% इंक्रीज हो गई, यानी 1 रुपया का 1 रुपया 15 पैसे हो गया, 115% रेट हो गया। ठीक है, 115% कर लो तामी ये आ जाएगा 6,12,839 रुपए। इस तरह फैक्टरी वेजिस जड़ियां साडे कोल 3100 यूनिट दियां 380 सीगियां, 380 बटे 3100 ये 10% वधिया सी, इसलिए 1.10 लग गया। और 5,000 यूनिट का कढ़ना है, 5,000 यूनिट ना मल्टीप्लाई कर लिया, ये आ गया 6,74,194। प्राइम कॉस्ट 12,87,033। फैक्टरी ओवरहेड उन्होंने क्या सी कोई चेंज नहीं, ऑफिस ओवरहेड च कोई चेंज नहीं। फैक्टरी ओवरहेड 70 सीगे, 70,000, ऑफिस ओवरहेड 40,000, दोनों सेम अमाउंट्स ऐड कर लिया। कॉस्ट ऑफ प्रोडक्शन आ गई। उसके बाद सैलिंग ओवरहेड उन्हें क्या सी पर यूनिट सेम रहेंगे, 3 रुपए के हिसाब नाल 5,000 यूनिट थे 15,000। साडी कॉस्ट ऑफ सेल आ गई 14,12,033, 14,12,033। देन प्रॉफिट रेट भी सेम क्या सी उन्हें क्वेश्चन च, प्रॉफिट रेट उन्हें क्या सी सेलिंग ओवरहेड पर यूनिट। द फैक्टरी इंटेंड टू अर्न द सेम रेट ऑफ प्रॉफिट। हुण सेम रेट ऑफ प्रॉफिट कितना कर सकते हैं? साडे कोल इत्थे कॉस्ट आई है, ਅਸੀਂ कह सकते हैं
2,42,080 is the profit on 6,85,920. Then what is the profit on 14,12,033? 6,85,920 ਤੇ ਹੈ 2,42,080, 12,032 ਦਾ ਕਿੰਨਾ ਹੋਏਗਾ ਜਾਂ 33 ਦਾ ਕਿੰਨਾ ਹੋਏਗਾ, ਉੱਥੋਂ ਪ੍ਰੋਫਿਟ ਕੱਢਿਆ ਜੀ ਰੇਸ਼ੋ ਬਣਾ ਕੇ 4,98,345 ਪ੍ਰੋਫਿਟ ਆ ਗਿਆ। ਦੈਨ ਸੇਲਸ ਜਿਹੜੀ ਹੈ ਉਹ 19,10,378, ਇਹ ਤੁਹਾਡੀ ਸੇਲ ਵੈਲਿਊ ਆ ਗਈ। ਹਾਂਜੀ, ਇਸੇ ਤਰ੍ਹਾਂ ਇਲਸਟ੍ਰੇਸ਼ਨ 2, from the following data prepare a cost and profit statement of Popular Stoves Manufacturing Company for the year 2018. Stock of material on 1st January 18, 35,000. Stock of material on 31st December 18, 4,900. Purchase of material 52,500. Direct wages 95,000. Factory expenses 17,500. Establishment expenses 10,000. कंप्लीट स्टॉक इन हैंड नील, ओपनिंग स्टॉक जेड़ा है वो नील है। कंप्लीट स्टॉक इन हैंड ऑन 31 दिसंबर ਨੂੰ ਸਾਡੇ ਕੋਲ ਕੰਪਲੀਟ ਸਟਾਕ ਇਨ ਹੈਂਡ ਹੈ 35,000 ਦਾ और सेल है 1,99,000। 35,000 closing stock and 1,89,000 is the sale. The number of stove manufactured during the year 2018 was 4,000। 2018 ਦੇ ਵਿੱਚ 4,000 stove ਬਣਾਏ ਹੈ। The company wants to quote for a contract for the supply of 1,000 electric stoves during 2019. कंपनी को कोई ऑर्डर आया है 1000 इलेक्ट्रिक स्टोव का, कंपनी उस ऑर्डर ਨੂੰ ਕੰਪਲਾਈ ਕਰਨਾ ਚਾਹੁੰਦੀ ਹੈ, ਉਹਦੇ ਵਾਸਤੇ ਕੋਟੇਸ਼ਨ ਭੇਜਣਾ ਚਾਹੁੰਦੀ ਹੈ, ਕੋਟ सॉरी बेटा। The stoves to be quoted are of uniform quality and make and similar to those manufactured in the previous year। ਜਿਹੜੇ ਸਟੋਵ ਕੋਟ ਕਰਨੇ ਆ, ਜਿਹੜੇ ਸਟੋਵ ਦੀ ਕੋਟੇਸ਼ਨ ਭੇਜਣੀ ਹੈ, ਉਹ ਸੇਮ ਕੁਆਲਿਟੀ ਤੇ ਸੇਮ ਮੇਕ ਦੇ ਹੈ, ਸੇਮ ਲੈਵਲ ਦੇ ਹੈ। but the cost of material has increased by 15% and cost of factory labor by 10%। material 15% ਵੱਧ ਰਿਹਾ और factory labor 10% ਵੱਧ ਰਹੀ ਹੈ। prepare a statement showing the price to be quoted to give the same percentage of the profit on turnover as was realized during the year 2018, assuming that the cost per unit of overhead will be same as in the previous year। overhead the cost per unit same रहेगी जो पिछले साल सी, ये assumption ली गई है। हाँ जी, now पहले पिछले साल की cost sheet बनाइए। 2018 की आउटपुट 4,000 यूनिट है, अमाउंट पर यूनिट नाल कटिया जी, उन्हें ध्यान दियो। ओपनिंग स्टॉक ऑफ मटीरियल 35,000, परचेज 52,500 and closing stock 4,900। 35,000 opening stock, 52,500 new purchase, 87,500, then closing stock 4,900। value of material consumed 82,600 divided by 4,000 per unit 20.65। direct wages 95,000, factory expenses 17,500। direct wages add किए हैं 95,000, 4,000 स्टोव के हिसाब नाल पर यूनिट 23.75। टोटल प्राइम कॉस्ट 1,77,600, रेट 44.40। फैक्ट्री एक्सपेंसेस 17,500, रेट 4.375 आ गया। वर्क कॉस्ट वास्ते एस्टैब्लिशमेंट एक्सपेंसेस ऑफिस से विच गिने जाएंगे 10,000 पर यूनिट, रेट 2.75। टोटल जो कॉस्ट ऑफ प्रोडक्शन है 2,05,100, 51.275 पर यूनिट रेट आ गया। उस तो बाद इन्हें सिस्टम बदल दिया, ओपनिंग स्टॉक नील प्लस कॉस्ट ऑफ प्रोडक्शन लेस क्लोजिंग स्टॉक, इट इज कॉस्ट ऑफ सेल। देन सेलिंग प्राइस सेल्स हम दी हुई सी 1,89,000। प्रॉफिट 18,900, इट इज 10% ऑन कॉस्ट, 1/10 of cost, 1/9 of 10% on sale, 1/10 of sale, 1/9 of cost बन जाएगा। अगर इन कैलकुलेट करांगे कॉस्ट से तो 1/9 आ जाएगा। now you have to make the quotation बनानी है बेटा आपा हुन। statement showing quotation price for 1,000 stoves, 1,000 स्टोव वास्ते quotation price जड़ी है वो शो करेगी स्टेटमेंट। material consumed
at the rate of 20.65 ਅਸੀਂ ਪਰ ਯੂਨਿਟ ਰੇਟ ਕੱਢਿਆ ਸੀ ਮਟੀਰੀਅਲ ਦਾ ਪਹਿਲੇ ਉਸ ਰੇਟ ਦੇ ਹਿਸਾਬ ਨਾਲ 1000 ਯੂਨਿਟਸ ਦਾ ਮਟੀਰੀਅਲ ਕੱਢ ਲਿਆ 20650 plus 15% increase. It is said that material price increased by 15% and labor increased by 10%. ठीक है, मटीरियल इंक्रीज करता सी 15% to 20,650 ਦਾ 15% 3098 ਲਾਸਟ ਐਗਜ਼ਾਮਪਲ ਚ ਵੀ ਅਸੀਂ ਇਸੇ ਤਰ੍ਹਾਂ ਵਰਕਿੰਗ ਕਰ ਸਕਦੇ ਹਾਂ ਜਰੂਰੀ ਨਹੀਂ ਹੈ ਕਿ ਉਸ ਤਰ੍ਹਾਂ ਕਰਨੀ ਹੋਵੇ 1.15 ਨਾਲ ਮਲਟੀਪਲਾਈ ਕਰਨ ਦੀ ਲੋੜ ਨਹੀਂ ਇਸੇ ਤਰ੍ਹਾਂ ਅਲੱਗ ਤੋਂ ਐਡ ਕਰ ਲਓ 15% ਫੈਕਟਰੀ ਵੇਜਸ 23.75 ਪਰ ਸਟੋਵ ਆਪਾਂ ਰੇਟ ਕੱਢਿਆ ਸੀ ਪਿਛਲੀ ਕੋਟੇਸ਼ਨ ਚ ਪਿਛਲੀ ਕੋਸ਼ਿਸ਼ ਚ तो उस रेट के हिसाब नाल 23,750 1000 स्टॉक का आ गया प्लस 10% इंक्रीज दोनों जोड़ के प्राइम कॉस्ट आ गई 49875 फैक्ट्री ओवरहेड्स होने क्या सी पर यूनिट रिमेन सेम इलेक्ट्रिक स्टोव the stove to be coated of uniform quality and make and similar of those in the previous year, but cost of material increased by 15%, cost of labor 10%. Last लिखा सी assuming that the cost per unit of overhead will be same as in the previous year. Per unit of overhead cost ਜਿਹੜੀ ਹੈ ਸਾਡੇ ਕੋਲ 4.375 ਸੀ 4.375 ਦੇ ਹਿਸਾਬ ਨਾਲ ਅਸੀਂ ਕਰ ਲਿਆ 1000 यूनिट into 4.375 ਇਸੇ ਤਰ੍ਹਾਂ establishment expenses भी 1000 यूनिट into 2.5 रेट ਸੀਗਾ दोनों जोड़ के साडे कोल टोटल कॉस्ट आ गई 56,748 इट इज द कॉस्ट ऑफ प्रोडक्शन या टोटल कॉस्ट ऑफ प्रोडक्ट 1000 स्टॉव दी कॉस्ट आ गई प्रॉफिट 1/9 ऑफ कॉस्ट ठीक है 10% ऑफ सेल या 1/9 ऑफ कॉस्ट तो 1/9 ऐड करके 6350 आ गया 6305 आ गया टोटल सेलिंग प्राइस जेडी कोट करनी सी 63,053 आ गई बेटा अगले लेक्चर च ਅਸੀਂ ਇਸ ਤੋਂ ਡਿਟੇਲ ਚ ਚੱਲਾਂਗੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਕੈਲਕੂਲੇਸ਼ਨਸ ਆਪਾਂ ਦੇਖਣੀਆਂ ਔਰ ਪ੍ਰੋਡਕਸ਼ਨ ਅਕਾਊਂਟ ਨਾਲ ਰਿਲੇਟਡ ਜਿਹੜਾ ਟੌਪਿਕ ਆਏਗਾ ਕੋਟੇਸ਼ਨ ਵਾਲਾ ਅਸੀਂ ਅੱਜ ਕਰ ਲਿਆ ਥੈਂਕ ਯੂ ਆਲ ਰੈਫਰੈਂਸ ਵਾਸਤੇ ਤੁਸੀਂ ਬੁੱਕ ਦੇਖ ਸਕਦੇ ਹੋ ਕਾਸਟ ਅਕਾਊਂਟਿੰਗ ਦੀ ਜਿਹੜੀ ਐਸਪੀ ਜੈਨ ਐਂਡ ਕੇਐਲ ਨਾਰੰਗ ਦੀ ਜਿਹੜੀ ਬੁੱਕ ਸਾਨੂੰ ਮੈਂ ਤੁਹਾਨੂੰ ਰੈਫਰ ਕੀਤੀ ਹੈ ਉਸੇ ਬੁੱਕ ਨੂੰ ਤੁਸੀਂ ਜਿਹੜਾ ਰੈਫਰ ਕਰ ਸਕਦੇ ਹੋ ਓਕੇ ਥੈਂਕ ਯੂ ਬੇਟਾ ਥੈਂਕ